ਸੁਣਿਐ ਸਿੱਧ ਪੀਰ ਸੁਣਨਾਥ। ਸੁਣਿਐ ਧਰਤ ਧਵਲ ਆਕਾਸ਼। ਸੁਣਿਐ ਦੀਪ ਲੋ ਪਾਤਾਲ। ਸੁਣਿਐ ਪੋ ਨਾ ਸਕੇ ਕਾਲ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਮਿਹਰ ਸਦਕਾ ਅਸੀਂ ਸ਼ਾਮਾਂ ਵੇਲੇ ਦੇ ਸੰਧਿਆ ਵੇਲੇ ਦੇ ਦੀਵਾਨਾਂ ਨੂੰ ਮੁੱਖ ਰੱਖਦੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਹਿਲੀ ਬਾਣੀ ਆ ਜਪ ਬਾਣੀ, ਉਸ ਦੀ ਵਿਚਾਰ ਸੁਣਨ ਲਈ, ਸਤਿਗੁਰੂ ਜੀ ਦੀਆਂ ਵਡਿਆਈਆਂ ਨੂੰ ਸਰਵਣ ਕਰਨ ਲਈ, ਸਤਿਗੁਰੂ ਜੀ ਦਾ ਉਦੇਸ਼ ਨੂੰ ਸੁਣਨ ਲਈ ਇਕੱਤਰ ਹੋਏ ਆ। ਸੋ ਗੁਰੂ ਜੀ ਦੀ ਨਿੱਘੀ ਗੋਡ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ। ਕਥਾ ਵਿਚਾਰਾ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਪਾਸੋਂ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪ ਬਾਣੀ ਅੰਦਰ ਪਹਿਲੀਆਂ 7 ਪੌੜੀਆਂ ਜਿਹਦੀ ਵਿਆਖਿਆ ਅਸੀਂ ਕਰ ਚੁੱਕੇ ਹਾਂ ਤੇ ਅੱਜ 8ਵੀਂ ਪੌੜੀ ਸੁਣੇ ਵਾਲੀ ਸ਼ੁਰੂ ਹੋਈ ਆ। ਪਹਿਲੋਂ ਅਸੀਂ ਦੇਖੀਏ ਵੀ ਸੁਣਿਆ ਕਿਸ ਤਰ੍ਹਾਂ ਜਾਂਦਾ। ਕਹਿੰਦੇ ਕੰਨਾਂ ਰਾਹੀਂ ਬਹੁਤ ਕੁਝ ਸੁਣਿਆ ਜਾਂਦਾ, ਕੁਝ ਚੰਗਾ ਵੀ ਸੁਣਿਆ ਜਾਂਦਾ ਤੇ ਕੁਝ ਮੰਦਾ ਵੀ ਸੁਣਿਆ ਜਾਂਦਾ। ਸੁਣਨ ਦਾ ਸੰਬੰਧ ਕੇਵਲ ਕੰਨਾਂ ਨਾਲ ਨਹੀਂ, ਸੁਣਨ ਦਾ ਸੰਬੰਧ ਬੋਲਣ ਨਾਲ ਵੀ ਹੈ। ਜੇ ਕੋਈ ਬੋਲਾਂਗੇ ਤਾਂ ਅਗਲਾ ਸੁਣੇਗਾ, ਤੇ ਸੁਣਨ ਦਾ ਸੰਬੰਧ ਬੋਲਣ ਦੇ ਨਾਲ ਵੀ ਹੈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਬੋਲਣ ਤੇ ਹੀ ਸੀਮਤ ਨਾ ਰਹਿ ਜਾਈ, ਤੇ ਬੋਲ ਕੇ ਫਿਰ ਦੇਖਦਾ ਵੀ ਕੀ ਹੈ। ਕਹਿੰਦੇ ਗਾਂਦੇ ਹੀ ਦੇਖਦਾ ਵਾਂ। ਕੁਝ ਅੱਖਾਂ ਐਸੀਆਂ ਨੇ ਜੋ ਚੰਗਾ ਵੀ ਦੇਖ ਰਹੀਆਂ ਨੇ, ਕੁਝ ਅੱਖਾਂ ਐਸੀਆਂ ਨੇ ਜੋ ਮੰਦਾ ਵੀ ਦੇਖ ਰਹੀਆਂ ਨੇ। ਸਤਿਗੁਰੂ ਜੀ ਕਹਿੰਦੇ ਕੇਵਲ ਸੁਣਨ ਦਾ ਇਹ ਨਾ ਮਤਲਬ ਲਾ ਲਈ ਕਿ ਕੇਵਲ ਕੰਨਾਂ ਦੇ ਜੋ ਰਾਹੀਂ ਅੰਦਰ ਆਵਾਜ਼ ਜਾ ਰਹੀ ਹੈ, ਜੋ ਅਸੀਂ ਸੁਣ ਰਹੇ ਹਾਂ, ਕੇਵਲ ਉਹਦੇ ਨਾਲ ਹੀ ਸੰਬੰਧਿਤ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ 8ਵੀਂ ਪੌੜੀ ਦੀ ਪਹਿਲੀ ਪੰਕਤੀਆਂ ਹੀ ਉਚਾਰਨ ਕੀਤੀਆਂ। ਕਹਿੰਦੇ ਸੁਣਿਆ ਸਿੱਧ ਪੀਰ ਸੁਣਨਾਥ। ਕਹਿੰਦੇ ਸੁਣਿਆ ਕਿਹਨਾਂ ਨੇ ਸੁਣਿਆ? ਸਿੱਧ ਪੀਰ ਸੁਣਨਾਥ। ਕਹਿੰਦੇ ਉਹਨਾਂ ਨੇ ਸੁਣਿਆ ਤੇ ਸੁਣ ਕੇ ਕੀਤਾ ਕੀ? ਕਿਤੇ ਸੁਣਿਆ ਸੀ ਭਾਈ ਸੱਜਣ ਜੀ ਨੇ, ਸੱਜਣ ਠੱਗ ਤੋਂ ਭਾਈ ਸੱਜਣ ਜੀ ਬਣ ਗਏ। ਜੇ ਕਿਤੇ ਅਸੀਂ ਵੀ ਉਹਨਾਂ ਵਾਂਗ ਸੁਣੀਏ, ਅਸੀਂ ਵੀ ਆਪਣੇ ਕਰਮਾਂ ਨੂੰ, ਮਾੜੇ ਕਰਮਾਂ ਨੂੰ, ਔਗਣਾਂ ਨੂੰ ਪ੍ਰਮਾਤਮਾ ਅੱਗੇ ਰੱਖੀਏ, ਅਸੀਂ ਵੀ ਸੁਣੀਏ ਪ੍ਰਮਾਤਮਾ ਜੀ ਦੀ ਗੱਲ, ਤੇ ਕਹਿੰਦੇ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਸੁਣਨ ਦੇ ਨਾਲ? ਸੁਣਿਆ ਸਿੱਧ ਪੀਰ ਸੁਣਨਾਥ। ਕਹਿੰਦੇ ਸਿੱਧਾਂ ਨੇ ਸੁਣਿਆ, ਪੀਰਾਂ ਨੇ ਸੁਣਿਆ, ਤੇ ਸੁਣ ਕੇ ਕੀ ਕੀਤਾ? ਕਹਿੰਦੇ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਭਰਮਾਂ ਚੋਂ ਕੱਢ ਦਿੱਤਾ, ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਸੰਸਾਰ ਅੰਦਰ ਆ ਕਰਕੇ ਉਸ ਪਰਮਾਤਮਾ ਜੀ ਦਾ ਕੇਵਲ ਇੱਕ ਹੀ ਨਾਮ ਆ, ਜੋ ਅਸੀਂ ਪਖੰਡਵਾਂ 'ਚ ਰਚ ਰਹੇ ਹਾਂ, ਜੋ ਅਸੀਂ ਇੱਕ ਦੂਜੇ ਤੋਂ ਸੁਣ ਕੇ ਦੇਖਿਆ। ਤੇ ਸਤਿਗੁਰੂ ਜੀ ਕਹਿੰਦੇ ਇਹਦਾ ਹਿਸਾਬ ਇਹ ਨਾ ਲਾ ਲਵੀਂ ਕਿ ਮੈਂ ਇੱਕ ਦੂਜੇ ਤੋਂ ਸੁਣ ਕੇ ਹੀ ਸਿੱਖ ਲਵਾਂਗਾ।
ਤੇ ਸਤਿਗੁਰ ਜੀ ਕਹਿੰਦੇ ਸੁਣਿਆ ਤਾਂ ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ, ਪਹਿਲੀ ਬਾਣੀ ਨੂੰ ਪੜ੍ਹ ਲਓ ਤੇ ਪਹਿਲੋਂ ਹੀ ਸਤਿਗੁਰਾਂ ਜੀ ਨੇ ਲਿਖਿਆ ਵਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਪਹਿਲਾ ਮੂਲ ਮੰਤਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਪਰਮਾਤਮਾ ਜੀ ਦੇ ਗੁਣ ਦੱਸਦੇ ਹੋਏ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਉਚਾਰਨ ਦੇ ਸੰਬੰਧ ਵਿੱਚ ਇੱਕ ਮੂਲ ਮੰਤਰ ਦੀ ਸਰਚਨਾ ਕੀਤੀ ਤੇ ਅੱਗੇ ਇੱਕ ਸ਼ਲੋਕ ਦਰਜ ਕਰ ਦਿੱਤਾ, ਆਦਿ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ। ਤੇ ਕਹਿੰਦੇ ਫਿਰ ਉਹ ਸ਼ਲੋਕ ਤੋਂ ਵੱਧ ਪੌੜੀਆਂ ਦੀ ਸਰਚਨਾ ਕੀਤੀ ਤੇ ਦੇਖਿਆ ਇਸ ਸੰਸਾਰ ਅੰਦਰ ਕਹਿੰਦੇ ਸਭ ਲੋਕ ਇੱਥੇ ਵੱਸਦੇ ਨੇ। ਦੇਖ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਤੱਕ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਦੇਖਿਆ ਵੀ ਲੋਕ ਇੱਥੇ ਗਾਉਂਦੇ ਤਾਂ ਹੈ, ਮੰਨਦੇ ਵੀ ਨਹੀਂ, ਸੁਣਦੇ ਆ ਤੇ ਪਹਿਲਾਂ ਸੁਣਨਾ ਪਵੇਗਾ ਤੇ ਫਿਰ ਮੰਨਣਾ ਪਵੇਗਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਸੁਣੇ ਵਾਲੀਆਂ ਪੌੜੀਆਂ ਸ਼ੁਰੂ ਕੀਤੀਆਂ। 4 ਪੌੜੀਆਂ ਸੁਣੇ ਵਾਲੀਆਂ ਲਿਖ ਕੇ ਫਿਰ ਮੰਨੇ ਦੀਆਂ ਲਿਖੀਆਂ ਨੇ। ਪਹਿਲਾਂ ਸੁਣਨਾ ਪੈਣਾ। ਸੁਣਿਆ ਕਿੰਨਾ ਨੇ? ਕਹਿੰਦੇ ਸਿੱਧਾਂ ਨੇ, ਪੀਰਾਂ ਨੇ, ਨਾਥਾਂ ਨੇ ਸੁਣਿਆ। ਜਦੋਂ ਇਹ ਸੁਣਿਆ ਨਾ ਕਿ ਇਸ ਧਰਤੀ ਦੇ ਅੰਦਰ ਆ ਕਰਕੇ ਸਾਡੇ ਮਨੁੱਖ ਦੀ ਜਿਹੜੀ ਹਾਲਤ ਆ ਉਹ ਕੇਵਲ ਇੱਕ ਕੀੜੇ ਦੇ ਮੰਤਰ ਆ। ਜਿਵੇਂ ਕੀੜਾ ਧਰਤੀ ਦੇ ਉੱਪਰ ਤੁਰਿਆ ਤਾਂ ਜਾ ਰਿਹਾ, ਪਰ ਉਸ ਨੂੰ ਇਹ ਹੁੰਦਾ ਕਿ ਕੋਈ ਮੇਰੇ ਤੇ ਉੱਪਰ ਪੈਰ ਨਾ ਧਰ ਦੇਵੇ, ਕੋਈ ਮੇਰੇ ਉੱਪਰ ਦੀ ਕੋਈ ਚੀਜ਼ ਨਾ ਲੰਘ ਜਾਵੇ, ਮੈਂ ਸੂਖਮ ਜਿਹਾ ਜੀਵ ਆ, ਮੈਨੂੰ ਕਿਤੇ ਮਾਰ ਨਾ ਦੇਵੇ। ਕਹਿੰਦੇ ਜੋ ਗੁਰੂ ਦੀ ਗੱਲ ਨਹੀਂ ਮੰਨਦਾ ਨਾ ਤੇ ਫਿਰ ਉਹ ਨਹੀਂ ਸੁਣਦਾ। ਕਹਿੰਦੇ ਫਿਰ ਉਸ ਨੂੰ ਇਹੀ ਗੱਲ ਸੁਣਨੀ ਪਵੇਗੀ ਕਿ ਉਹ ਕਿਤੇ ਮਰ ਨਾ ਜਾਵੇ। ਉਹਨਾਂ ਨੂੰ ਡਰ ਲੱਗਿਆ ਰਹੇਗਾ ਕਿਤੇ ਮੌਤ ਨਾ ਆ ਜਾਵੇ, ਕਿਤੇ ਅਸੀਂ ਲੁੱਟੇ ਨਾ ਜਾਈਏ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਇੱਕ ਸਾਖੀ ਇਤਿਹਾਸ ਵਿੱਚ ਆਉਂਦੀ ਆ ਭਾਈ ਮੰਝ ਜੀ ਦੀ। ਭਾਈ ਮੰਝ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ। ਤੇ ਧੰਨ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮੰਝ ਇੱਕ ਸਿੱਖੀ ਉੱਪਰ ਸਿੱਖੀ ਨਹੀਂ ਟਿਕ ਸਕਦੇ ਨੇ, ਕਿਉਂਕਿ ਤੇਰਾ ਭਾਂਡਾ ਪਹਿਲੋਂ ਹੀ ਭਰਿਆ ਵਾ, ਪਹਿਲੋਂ ਇਹਨੂੰ ਖਾਲੀ ਕਰਨਾ ਪਵੇਗਾ। ਕਿਸ ਤਰ੍ਹਾਂ ਖਾਲੀ? ਕਹਿੰਦੇ ਜੇ ਕੋਈ ਭਾਂਡਾ ਸਿੱਧਾ ਪਿਆ ਵਾ, ਉਹ ਭਰਿਆ ਹੋਵੇ, ਉਸ ਨੂੰ ਖਾਲੀ ਕਰਨ ਲਈ ਪੁੱਠਾ ਕਰਨਾ ਪੈਂਦਾ। ਜਿਵੇਂ ਆਪਣਾ ਸਰੀਰ ਰੂਪੀ ਲਾ ਲਓ, ਜੇ ਇਹ ਭਾਂਡਾ ਗੰਦੇ ਵਿਚਾਰਾਂ ਨਾਲ ਭਰਿਆ ਵਾ ਤੇ ਕੇਵਲ ਅਸੀਂ ਗੁਰੂ ਘਰ ਆ ਕੇ ਆਪਣਾ ਸਿਰ ਨਵਾਉਂਦੇ ਹਾਂ। ਕਹਿੰਦੇ ਕੇਵਲ ਉਸ ਭਾਂਡੇ ਨੂੰ ਤੂੰ ਟੇਢਾ ਕਰ ਰਿਹਾ ਵਾਂ, ਖਾਲੀ ਤਾਂ ਨਹੀਂ ਕਰ ਰਿਹਾ। ਕਹਿੰਦੇ ਖਾਲੀ ਉਦੋਂ ਹੋਵੇਗਾ ਜਦੋਂ ਉਸ ਦੀ ਸੱਚੀ ਬਾਣੀ ਨਾਲ ਪ੍ਰੀਤ ਪਾਵੇਗਾ। ਤੇ ਬੱਚਿਆਂ ਦੇ ਆਧਾਰ ਤੇ ਅਸੀਂ ਗੱਲ ਕਰ ਲਈਏ, ਕੁਝ ਸਮਝ ਜਾਣ। ਕਹਿੰਦੇ ਜੇ ਕੋਈ ਗਲਾਸ ਪਾਣੀ ਦਾ ਭਰਿਆ ਵਾ, ਉਸ ਨੂੰ ਖਾਲੀ ਕਰਨਾ ਤੇ ਕਹਿੰਦੇ ਪਹਿਲਾਂ ਗਲਾਸ ਨੂੰ ਚੁੱਕਣਾ ਪਵੇਗਾ ਤੇ ਫਿਰ ਉਸ ਨੂੰ ਪੁੱਠਾ ਕਰਨਾ ਪਵੇਗਾ ਤੇ ਭਾਂਡਾ ਖਾਲੀ ਹੋ ਜਾਵੇਗਾ। ਬੱਚੇ ਛੇਤੀ ਸਮਝ ਜਾਣ। ਇੱਕ ਉਦਾਹਰਨ ਹੋਰ ਲਈਏ, ਜੇ ਬੱਚਿਆਂ ਨੂੰ ਕਹੀਏ ਕਿ ਇਸ ਬਾਲਟੀ ਅੰਦਰ ਮਿੱਟੀ ਭਰੀ ਹੈ, ਇਸ ਨੂੰ ਢੇਰੀ ਕਰ ਦਿਓ, ਤੇ ਬੱਚੇ ਦੇ ਦਿਮਾਗ ਵਿੱਚ ਆਵੇਗਾ ਕਿ ਇਸ ਨੂੰ ਪੁੱਠਾ ਕਰਾਂਗੇ ਤੇ ਬਾਹਰ ਨਿਕਲ ਜਾਵੇਗੀ। ਤੇ ਉਸੇ ਤਰ੍ਹਾਂ ਸਤਿਗੁਰ ਜੀ ਕਹਿੰਦੇ ਆਪਣੇ ਕਿਤੇ ਮਨ ਨੂੰ ਤੂੰ ਸਤਿਗੁਰ ਜੀ ਆਗੇ ਸੀਸ ਭੇਟ ਦਿਓ। ਕਹਿੰਦੇ ਆਪਣਾ ਸੀਸ ਤੂੰ ਭੇਟ ਕਰਦੇ, ਆਪਣਾ ਮਨ ਤੂੰ ਭੇਟ ਕਰਦੇ ਸਤਿਗੁਰੂ ਨੂੰ, ਤੇ ਤੇਰਾ ਭਾਂਡਾ ਵਾ ਉਹ ਸਤਿਗੁਰ ਜੀ ਸਾਫ਼ ਕਰ ਦੇਣਗੇ।
ਤੇ ਭਾਈ ਮੰਝ ਜੀ ਨਾਲ ਵੀ ਇਹੀ ਹੋਇਆ। ਸਤਿਗੁਰੂ ਜੀ ਕਹਿੰਦੇ ਸਿੱਖੀ ਉੱਪਰ ਸਿੱਖੀ ਨਹੀਂ ਟਿਕ ਸਕਦੇ ਜੀ, ਪਹਿਲਾਂ ਤੈਨੂੰ ਮਾੜੀਆਂ ਵਿਚਾਰਾਂ ਨੇ ਉਹ ਕੱਢਣੀਆਂ ਪੈਣੀਆਂ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਤੇ ਸਤਿਗੁਰਾਂ ਜੀ ਨੇ ਪਦ ਵੀ ਏਡੀ ਪ੍ਰਾਪਤ ਕਰਵਾ ਦਿੱਤੀ। ਤੇ ਅਗਲੀ ਪੰਕਤੀਆਂ ਵਿੱਚ ਸਤਿਗੁਰੂ ਜੀ ਸਮਝਾ ਰਹੇ ਨੇ, ਸੁਣਿਐ ਦੀਪ ਲੋਹ ਪਤਾਲ। ਹੁਣ ਇੱਥੇ ਅਗਲੀ ਗੱਲ ਨੂੰ ਸਮਝਣਾ, ਕਹਿੰਦੇ ਸੁਣਿਐ ਦੀਪ ਲੋਹ ਪਤਾਲ, ਕਹਿੰਦੇ ਧਰਤੀ ਦੇ 7 ਦੀਪ ਹੋਏ ਨੇ। ਲੋਹ ਦਾ ਭਾਵ ਭਵਨ, ਪਤਾਲ ਦਾ ਜੋ ਧਰਤੀ ਦੇ ਹੇਠਲਾ ਹਿੱਸਾ, ਕਹਿੰਦੇ ਉੱਥੇ ਤਿੱਕਰ ਪ੍ਰਮਾਤਮਾ ਜੀ ਦੀ ਪਹੁੰਚ ਆ। ਸੁਣਿਐ ਧਰਤ ਧਵਲ ਆਕਾਸ਼, ਕਹਿੰਦੇ ਧਵਲ ਦੀ ਗੱਲ ਆਈ ਸੀ ਉੱਪਰਲੀ ਪੰਕਤੀ ਵਿੱਚ। ਸੁਣਿਐ ਧਰਤ ਧਵਲ ਆਕਾਸ਼, ਕਹਿੰਦੇ ਧਰਤੀ ਨੂੰ ਸੁਣਿਆ ਵਾ ਸੀ, ਪਰਮਾਤਮਾ ਜੀ ਨੂੰ ਸੁਣਿਆ ਧਰਤੀ ਨੇ ਤੇ ਉਸ ਦੇ ਆਸਰੇ ਖੜੀ ਆ। ਨਹੀਂ ਸਾਡੇ ਇਤਿਹਾਸ ਚੋਂ ਇਤਿਹਾਸ ਵੀ ਬਹੁਤ ਰਲਿਆ, ਕਹਿੰਦੇ ਇਹ ਧਰਤੀ ਬਲਦ ਦੇ ਆਸਰੇ ਖੜੀ ਆ। ਚਲੋ ਅਸੀਂ ਮੰਨ ਲੈਂਦੇ ਕਿ ਬਲਦ ਦੇ ਆਸਰੇ ਖੜੀ ਆ, ਪਰ ਉੱਥੋਂ ਸਵਾਲ ਪੈਦਾ ਹੁੰਦਾ ਕਿ ਬਲਦ ਨੂੰ ਟਿਕਣ ਲਈ ਕੋਈ ਨਾ ਕੋਈ ਥੱਲੇ ਸਹਾਰਾ ਹੋਵੇਗਾ। ਤੇ ਸਹਾਰਾ ਕਾਹਦਾ, ਕਹਿੰਦੇ ਉਸ ਦੇ ਥੱਲੇ ਫਿਰ ਧਰਤੀ ਹੋਵੇਗੀ ਤੇ ਉਸ ਨੂੰ ਵੀ ਕੋਈ ਟਿਕਣ ਨਾ ਟਿਕਣ ਲਈ ਕੋਈ ਚੀਜ਼ ਚਾਹੀਦੀ ਆ। ਕਹਿੰਦੇ ਤੇ ਫਿਰ ਥੱਲੇ ਬਲਦ ਰਖਾ ਦੋ ਤੇ ਫਿਰ ਉਸ ਦੇ ਥੱਲੇ ਕਹਿੰਦੇ ਫਿਰ ਧਰਤੀ ਆਵੇਗੀ। ਕਹਿੰਦੇ ਕਿਤੇ ਨਾ ਕਿਤੇ ਇਸ ਦਾ ਅੰਤ ਤਾਂ ਹੋਵੇਗਾ, ਜਿਸ ਦੇ ਆਸਰੇ ਸਭ ਕੁਝ ਭਾਰ ਖੜਾ। ਕਿਤੇ ਭਾਰ ਤਲੇ ਕਬਣ ਜ਼ੋਰ, ਕਹਿੰਦੇ ਕੋਈ ਨਾ ਕੋਈ ਤਾਂ ਭਾਰ ਹੋਵੇਗਾ ਜੋ ਇਸ ਨੂੰ ਸਹਾਰ ਸਕਦਾ ਹੋਵੇ। ਤੇ ਕਹਿੰਦੇ ਧਵਲ ਦਾ ਅਰਥ ਬਲਦ ਕੀਤਾ ਗਿਆ। ਤੇ ਸਤਿਗੁਰੂ ਜੀ ਕਹਿੰਦੇ ਸਾਇੰਸ ਇਸ ਗੱਲ ਨੂੰ ਮੰਨਦੀ ਨਹੀਂ, ਕਿਉਂਕਿ ਸਾਇੰਸ ਨੇ ਪੂਰੀ ਖੋਜ ਕਰ ਚੁੱਕੀ ਆ। ਕਹਿੰਦੇ ਧਰਤੀ ਇੱਕ ਸਥਿਰ ਬਣ ਕੇ ਖੜੀ ਆ। ਉਹ ਜੇ ਥੱਲਿਓਂ ਕੋਈ ਕਰਿਆ ਹੁੰਦੀ ਆ, ਕਹਿੰਦੇ ਉਹ ਹਿਲਦੀ ਹੈ ਤੇ ਭੁਚਾਲ ਆ ਜਾਂਦਾ। ਤੇ ਅਸੀਂ ਬਜ਼ੁਰਗਾਂ ਤੋਂ ਸੁਣਿਆ ਕਿ ਕਹਿੰਦੇ ਇੱਕ ਧਰਤੀ ਦੇ ਥੱਲੇ ਇੱਕ ਬੈਲ ਖੜਾ ਵਾ, ਬਲਦ ਖੜਾ ਵਾ, ਉਹਨੇ ਇੱਕ ਸਿੰਗ ਤੋਂ ਧਰਤੀ ਚੁੱਕ ਕੇ ਦੂਜੇ ਸਿੰਗ ਤੇ ਰੱਖ ਲਈ। ਪਿਆਰ ਵਾਲਿਓ, ਏਦਾਂ ਹੋ ਸਕਦਾ ਕਿ ਕੋਈ ਜਾਨਵਰ ਇੰਨਾ ਵਜਨ ਚੁੱਕ ਕੇ ਖੜਾ ਹੋ ਜਾਵੇ? ਉਹ ਥੱਕੇਗਾ ਨਹੀਂ, ਉਹ ਬੈਠੇਗਾ ਨਹੀਂ, ਉਹ ਕੁਝ ਖਾਏਗਾ ਨਹੀਂ, ਪੀਏਗਾ ਨਹੀਂ। ਪਿਆਰ ਵਾਲਿਓ, ਏਦਾਂ ਨਹੀਂ ਹੁੰਦਾ, ਕਿਉਂਕਿ ਧਰਤੀ ਉਸ ਪਰਮਾਤਮਾ ਜੀ ਦੇ ਆਸਰੇ ਖੜੀ ਆ। ਉਸ ਬੋਲ ਦੇ ਉੱਤੇ ਜੋ ਇਸ ਧਰਤੀ ਦੇ ਉੱਪਰ ਹੋਇਆ, ਕੀਤਾ ਪਸਾਓ ਇੱਕੋ ਕਵਾਓ, ਕਹਿੰਦੇ ਇੱਕ ਪਸਾਰਾ ਵਾ ਜਿਹੜਾ ਇੱਕ ਪਰਮਾਤਮਾ ਜੀ ਦੇ ਇੱਕ ਬੋਲ ਨਾਲ ਉਪਜਿਆ। ਜੋ ਇੱਕ ਬੋਲ ਨਾਲ ਪਰਮਾਤਮਾ ਜੀ ਇਸ ਧਰਤੀ ਨੂੰ ਪ੍ਰਗਟ ਕਰ ਸਕਦੇ ਨੇ ਤੇ ਕਹਿੰਦੇ ਇੱਕ ਬੋਲ ਦੇ ਨਾਲ ਮਿਟਾ ਵੀ ਸਕਦੇ ਨੇ। ਤੇ ਅੱਗੇ ਗੱਲ ਆਉਂਦੀ ਆ ਦੀਪਾਂ ਲੋਹਾਂ ਅਤੇ ਪਤਾਲ ਦੀ। ਤੇ ਪਤਾਲ ਦੀ ਗੱਲ ਆਉਂਦੀ ਹੈ ਤੇ ਕਹਿੰਦੇ ਪਤਾਲਾਂ ਅੰਦਰ ਵੀ ਜੋ ਜੀਵ ਰਹਿੰਦੇ ਨੇ, ਕਹਿੰਦੇ ਉੱਥੇ ਤਿੱਕਰ ਪਰਮਾਤਮਾ ਜੀ ਦੀ ਪਹੁੰਚ ਆ। ਨਹੀਂ ਤਾਂ ਧਰਤੀ ਕਹਿੰਦੇ ਅੱਜ ਨੂੰ ਥਿਰ ਨਹੀਂ ਸੀ ਰਹਿਣੀ, ਧਰਤੀ ਬਣਨੀ ਹੀ ਨਹੀਂ ਸੀ ਜੇ ਪਰਮਾਤਮਾ ਜੀ ਨਜ਼ਰ ਮਿਹਰ ਦੀ ਨਾ ਕਰਦੇ। ਅਗਲੀਆਂ ਪੰਕਤੀਆਂ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਪਸ਼ਟ ਹੀ ਕਹਿ ਦਿੱਤਾ, ਕਹਿੰਦੇ ਪੋ ਨਾ ਸਕੇ ਕਾਲ। ਸੁਣਿਆ ਸੁਣਨ ਦੇ ਨਾਲ, ਸੁਣੇ ਪੋ ਨਾ ਸਕੇ ਕਾਲ, ਕਹਿੰਦੇ ਤੇਰਾ ਫਿਰ ਕੀ ਹੋਵੇਗਾ? ਪੋ ਦਾ ਭਾਵ ਡਰ ਨਹੀਂ ਰਹਿੰਦਾ, ਕਿਸੇ ਚੀਜ਼ ਦਾ ਡਰ ਨਹੀਂ, ਪੋ ਨਹੀਂ, ਡਰ ਨਹੀਂ। ਨਾ ਸਕੇ ਕਾਲ, ਕਾਲ ਭਾਵ ਸਮਾਂ ਹਰੇਕ ਤੇ ਆ ਕੇ ਰਹਿੰਦਾ, ਫਿਰ ਮੌਤ ਦਾ ਡਰ ਨਹੀਂ ਰਹਿਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਫਿਰ ਇਸ ਦੀ ਗੱਲ ਮਨੁੱਖ ਨੂੰ ਪਤਾ ਤਾਂ ਹੋਵੇਗੀ, ਪਰ ਉਹ ਪਰਮਾਤਮਾ ਜੀ ਦਾ ਭਾਣਾ ਮੰਨੇਗਾ, ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਫਿਰ ਕਹਿੰਦੇ ਉਹਨੂੰ ਡਰ ਡਰਾਵੇਗਾ ਨਹੀਂ, ਮੌਤ ਡਰਾਵੇਗੀ ਨਹੀਂ। ਫਿਰ ਇਹ ਨਹੀਂ ਹੋਵੇਗਾ ਕਿ ਜਿਵੇਂ ਇੱਕ ਪਲ ਬਗਲਾ ਉਸ ਕਿਨਾਰੇ ਨਦੀ ਤੇ ਬੈਠ ਕੇ
ਆਨੰਦ ਮਾਣ ਰਿਹਾ। ਕਹਿੰਦੇ ਫਿਰ ਇੱਕ ਮੌਤ ਜੋ ਬਾਜ ਆਉਂਦਾ ਝਪੱਟਾ ਮਾਰਦਾ, ਤੇ ਉਹ ਜਿਹੜਾ ਬਗਲਾ ਖੇਡਾਂ ਖੇਡਦਿਆ ਵਾ, ਤੇ ਕਹਿੰਦੇ ਫਿਰ ਉਸ ਦਾ ਮੌਤ ਹੋ ਜਾਂਦੀ ਹੈ ਉਸ ਨੂੰ। ਤੇ ਫਰੀਦ ਜੀ ਲਿਖਦੇ ਆ, ਕਹਿੰਦੇ ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤਨਾ ਚੇਤੇ ਸਨ ਸੋ ਗੱਲੀ ਰੱਬ ਕੀਆਂ। ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਉਹ ਖੇਡਾਂ ਖੇਡਦੇ ਨੂੰ ਮਨੁੱਖ ਨੂੰ ਜਦੋਂ ਮੌਤ ਰੂਪੀ ਬਾਜ ਨੇ ਆਣ ਝਪੱਟਾ ਮਾਰਨਾ ਨਾ, ਕਹਿੰਦੇ ਫਿਰ ਜੋ ਤੂੰ ਕਰਮ ਕਰਦਾ ਹੋਵੇਗਾ, ਜੋ ਤੂੰ ਕੰਮ ਕਰਦਾ ਹੋਵੇਗਾ, ਕਹਿੰਦੇ ਤੈਨੂੰ ਵਿੱਚ ਹੀ ਛੱਡਣਾ ਪੈਣਾ। ਤੇ ਫਿਰ ਡਰ ਨਹੀਂ ਰਹੇਗਾ ਕਿ ਮੈਨੂੰ ਮੌਤ ਆਵੇਗੀ, ਜਾਂ ਮੈਨੂੰ ਕੋਈ ਪੈਰ ਧਰ ਦੇਵੇਗਾ, ਜਾਂ ਮੈਨੂੰ ਕੋਈ ਚੁੱਕ ਕੇ ਲੈ ਜਾਵੇਗਾ। ਤੇ ਕਹਿੰਦੇ ਫਿਰ ਇਹੋ ਜਿਹੀਆਂ ਗੱਲਾਂ ਦਾ ਕੋਈ ਡਰ ਨਹੀਂ ਰਹਿਣਾ ਜੇ ਉਸ ਪਰਮਾਤਮਾ ਜੀ ਦੀ ਗੁਰਬਾਣੀ ਨੂੰ ਸੁਣ ਲਿਆ, ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ। ਨਹੀਂ, ਇਸ ਸੰਸਾਰ ਅੰਦਰ ਅਸੀਂ ਦੇਖਦੇ ਹਾਂ ਕਿ ਸੁਣਦੇ ਤਾਂ ਬਹੁਤ ਲੋਕ ਨੇ, ਪਤਾ ਨਹੀਂ ਲੱਖਾਂ ਕਰੋੜਾਂ ਸਾਲਾਂ ਤੋਂ ਪਹਿਲਾਂ ਤੋਂ ਸੁਣਦੇ ਆ ਰਹੇ ਨੇ, ਤੇ ਪਹਿਲਾਂ ਦੇ ਸੁਣਨ ਤੇ ਅੱਜ ਦੇ ਸੁਣਨ ਵਿੱਚ ਬਹੁਤ ਫਰਕ ਹੋ ਗਿਆ। ਪਹਿਲਾਂ ਸੁਣਦੇ ਸੀ, ਗੱਲ ਮੰਨ ਲੈਂਦੇ ਸੀ, ਹੁਣ ਸੁਣਦੇ ਆ, ਇੱਕ ਕੰਨ ਵਿੱਚ ਦੀ ਪਾਤਾ ਤੇ ਦੂਜੇ ਵਿੱਚ ਦੀ ਨਿਕਲ ਜਾਂਦੀ ਆ। ਕਿਤੇ ਇਹ ਹੋ ਜਾਂਦਾ ਕਿ ਗੱਲ ਸੁਣ ਕੇ ਮੰਨੀ ਨਹੀਂ। ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਕਵੇ ਵੀ ਇੱਕ ਗਲਾਸ ਪਾਣੀ ਦਿਓ ਬੇਟਾ, ਉਹ ਸੁਣ ਤਾਂ ਲਵੇਗਾ ਪਰ ਸੁਣ ਕੇ ਉਸਨੇ ਮੰਨਿਆ ਨਹੀਂ, ਪਾਣੀ ਦੇਣਾ ਮੰਨਿਆ ਨਹੀਂ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਨੂੰ ਡਰ ਨਹੀਂ ਰਹੇਗਾ ਕਿਸੇ ਤਰ੍ਹਾਂ ਦਾ ਵੀ, ਜੋ ਇੱਕ ਗੁਰੂ ਦੀ ਗੱਲ ਮੰਨ ਲਵੇ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਵਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਭਾਵ ਮੈਂ ਇੱਥੇ ਪ੍ਰਮਾਤਮਾ ਜੀ ਧਾਤੇ ਤੋਂ ਵਿਸਰ ਨਾ ਜਾਵਾਂ। ਗੁਰਾਂ ਇੱਕ ਦੇ ਵਜਾਈ, ਮੈਨੂੰ ਇੱਕ ਸੋਝੀ ਦਿਓ, ਬਖਸ਼ਿਸ਼ ਕਰੋ ਮੇਰੇ ਤੇ, ਕਿ ਮੇਰੇ ਤੋਂ ਮੌਤ ਤੋਂ ਮੈਨੂੰ ਡਰ ਨਾ ਲੱਗੇ। ਮੈਂ ਇਸ ਸੰਸਾਰ ਅੰਦਰ ਆਇਆ ਵੀ ਖੁਸ਼ ਸੀ ਤੇ ਜਾਣ ਲੱਗਿਆ ਵੀ ਖੁਸ਼ ਹੋਵਾਂ। ਕਹਿੰਦੇ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਪੁੱਠਾ ਲਟਕਦਾ, ਉਤੋਂ ਤਾਂ ਉਸ ਦੀ ਖੋਪੜੀ ਆ ਜਿਹੜੀ ਉਹ ਸਿੱਧੀ ਆ ਇੱਕ ਭਾਂਡੇ ਦੀ ਤਰ੍ਹਾਂ, ਉਦੋਂ ਦੀ ਮੱਤ ਵੀ ਅੰਦਰ ਸਿੱਧੀ ਆ। ਕਹਿੰਦੇ ਪਰਮਾਤਮਾ ਜੀ ਨੇ ਜਨਮ ਦੇ ਦਿੱਤਾ, ਦੋ ਪੈਰਾਂ ਤੇ ਖੜਾ ਕਰ ਦਿੱਤਾ, ਉਸ ਦੀ ਮੱਤ ਪੁੱਠੀ ਹੋ ਗਈ, ਖੋਪੜੀ ਪੁੱਠੀ ਹੋ ਗਈ। ਜਿਵੇਂ ਭਾਂਡਾ ਪੁੱਠਾ ਕਰਦੀ ਉਸ ਵਿੱਚ ਕੁਝ ਨਹੀਂ ਪੈਂਦਾ, ਸਭ ਉੱਪਰ ਦੀ ਲੰਘ ਜਾਂਦਾ। ਤੇ ਕਹਿੰਦੇ ਲੰਘਦਾ ਤਾਂ ਜਦੋਂ ਕੋਈ ਗੱਲ ਨਹੀਂ ਮੰਨਦਾ, ਸੁਣਦਾ ਨਹੀਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੈਨੂੰ ਮੈਂ ਜਨਮ ਦਿੱਤਾ, ਤੂੰ ਪੁੱਠਾ ਲਟਕ ਰਿਹਾ ਸੀ, ਤੇਰੀ ਮੱਤ ਸਿੱਧੀ ਸੀ, ਤੂੰ ਸਿੱਧਾ ਹੋ ਗਿਆ, ਤੇਰੀ ਮੱਤ ਪੁੱਠੀ ਹੋ ਗਈ। ਪਿਆਰ ਵਾਲਿਓ, ਕਿਤੇ ਅਸੀਂ ਵੀ ਮੱਤ ਪੁੱਠੀ ਲੈ ਕੇ ਪਰਮਾਤਮਾ ਜੀ ਦੇ ਘਰ ਨਾ ਚਲੇ ਜਾਈਏ। ਅਸੀਂ ਪਰਮਾਤਮਾ ਜੀ ਅੱਗੇ ਅਰਦਾਸ ਕਰੀਏ ਕਿ ਪਰਮਾਤਮਾ ਜੀ ਤੁਸੀਂ ਆਪ ਹੀ ਜਾਣੀ ਜਾਣੋ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਕਹਿੰਦੇ ਮੇਰੇ ਮੂਰਖ ਦੀ ਕੋਈ ਬਾਤ ਨਹੀਂ ਹੈ, ਮੈਂ ਕੁਝ ਵੀ ਨਹੀਂ ਜਾਣਦਾ, ਸਭ ਕੁਝ ਤੁਸੀਂ ਕਰਨ ਵਾਲੇ ਹੋ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਗਲੀਆਂ ਪੌੜੀਆਂ ਅਗਲੀ ਪੰਕਤੀ ਵਿੱਚ ਲਿਖ ਦਿੱਤਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਕਹਿੰਦੇ ਭਗਤਾਂ ਵਿੱਚ ਰਹਿ ਕੇ, ਭਗਤਾਂ ਵਿੱਚ ਰੱਬ ਵਸਦਾ, ਕਹਿੰਦੇ ਫਿਰ ਉਹਨਾਂ ਦਾ ਸਦਾ ਹੀ ਵਿਕਾਸ ਹੁੰਦਾ ਰਹਿੰਦਾ, ਉਹਦੇ ਮਨ ਦਾ ਖੜਾਓ ਹੁੰਦਾ ਰਹਿੰਦਾ। ਤੇ ਅੱਗੇ ਲਿਖ ਦਿੱਤਾ, ਸੁਣੇ ਦੁੱਖ ਪਾਪ ਕਾ ਨਾਸ। ਕਹਿੰਦੇ ਸੁਣਨ ਦੇ ਨਾਲ ਕੀ ਹੋ ਜਾਣਗੇ? ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਵੇਗਾ। ਕਿਸ ਤਰ੍ਹਾਂ ਹੋ ਜਾਵੇਗਾ? ਕਹਿੰਦੇ ਇੱਕ ਹਮਜ਼ਾ ਗੌਂਸ ਹੋਇਆ, ਇਤਿਹਾਸ ਦੀ ਸਾਖੀ ਆ। ਕਹਿੰਦੇ ਹਮਜ਼ਾ ਗੌਂਸ ਇੱਕ ਪਿੰਡ ਦੇ ਬਾਹਰ ਡੇਰਾ ਲਾਈ ਬੈਠਾ, ਕਹਿੰਦੇ ਉਹ ਪਹੁੰਚਿਆ ਹੋਇਆ ਵਾ
ਪਰ ਇਹ ਮਿੱਠੀਆਂ ਗੱਲਾਂ ਇਤਿਹਾਸ ਵਿੱਚ ਰਲਾ ਕਰਕੇ ਲਿਖੀਆਂ ਗਈਆਂ ਨੇ। ਕਹਿੰਦੇ ਉਹ ਪਿੰਡ ਤੋਂ ਬਾਹਰ ਡੇਰਾ ਲਾਈ ਬੈਠਾ, ਜੇ ਉਹ ਕਹਿ ਦਿੰਦਾ ਵੀ ਆਕਾਸ਼ ਚੋਂ ਮੀਂਹ ਪਵਾ ਦੇਵੇ, ਅਰਦਾਸ ਕਰ ਦੇਵੇ ਤੇ ਮੀਂਹ ਪਵਾ ਦਿੰਦਾ। ਜੇ ਕਿਸੇ ਦੇ ਘਰ ਔਲਾਦ ਨਹੀਂ ਹੁੰਦੀ ਤੇ ਔਲਾਦ ਦਵਾ ਦਿੰਦਾ। ਕੁਝ ਮਾਤਾ ਨੂੰ ਪਹਿਲੋਂ ਪਤਾ ਲੱਗਿਆ ਤੇ ਮਾਤਾ ਇੱਕ ਗਈ ਪੁੱਤਰ ਦੀ ਦਾਤ ਲੈਣ। ਉਹ ਕਹਿੰਦੀ ਮੇਰੇ ਘਰ ਪੁੱਤਰ ਹੋਵੇ, ਮੈਂ ਆਪਣੇ ਲਾਲ ਨੂੰ ਗੋਦੀ ਵਿੱਚ ਖਿਡਾਉਣਾ ਚਾਹੁੰਦੀ ਆ, ਬਾਅਦ ਵਿੱਚ ਭਾਵੇਂ ਤੁਸੀਂ ਲੈ ਲੈਣਾ। ਉਸਨੇ ਤਾਂ ਭਾਵੇਂ ਖੁਸ਼ੀ ਨਾਲ ਮੈਂ ਕਿਹਾ ਹੋਵੇ ਵੀ ਚੱਲ ਇਹ ਕਿਹੜਾ ਲੈਣ ਲੱਗਾ। ਕਹਿੰਦੇ ਪੁੱਤਰ ਦਾ ਮਾਂ ਦੇ ਪੇਟ ਤੋਂ ਜਨਮ ਵੀ ਲੈ ਲਿਆ। ਉਸ ਹਮਜ਼ਾ ਗੌਸ ਨੇ ਅਰਦਾਸ ਕੀਤੀ, ਉਸਦੀ ਅਰਦਾਸ ਕਬੂਲ ਹੋਈ ਤੇ ਪੁੱਤਰ ਨੇ ਘਰ ਵਿੱਚ ਜਨਮ ਲਿਆ। ਜਨਮ ਤਾਂ ਲਿਆ, ਨਾਲ ਮੋਹ ਵੀ ਆ ਗਿਆ। ਜਿਹੜੀ ਮਾਂ ਕਹਿ ਕੇ ਆਈ ਸੀ ਕਿ ਮੈਂ ਪੁੱਤਰ ਨੂੰ ਤੈਨੂੰ ਦੇ ਦੇਵਾਂਗੀ, ਮੇਰੇ ਘਰ ਔਲਾਦ ਹੋਣੀ ਚਾਹੀਦੀ ਆ, ਜਦੋਂ ਪਤਾ ਲੱਗਾ ਹਮਜ਼ਾ ਗੌਸ ਨੂੰ ਕਿ ਉਸ ਮਾਂ ਦੇ ਘਰ ਪੁੱਤਰ ਨੇ ਜਨਮ ਲਿਆ, ਉਹ ਦੇਖਣ ਆਇਆ ਤੇ ਦੇਖ ਕੇ ਚਲਾ ਗਿਆ। ਉਹ ਸੋਚਦੀ ਸੀ ਕਿ ਹੁਣ ਇਹ ਮੰਗੇਗਾ ਨਹੀਂ। ਇਸ ਨੂੰ ਪਤਾ ਹੈ ਕਿ ਮੋਹ ਦੀਆਂ ਤੰਦਾਂ ਨੇ, ਮਾਂ ਦਾ ਹਿਰਦਾ ਵਾ ਜਿਹੜਾ ਉਹ ਮੋਹ ਨਾਲ ਭਰਿਆ ਵਾ। ਤੇ ਹਮਜ਼ਾ ਗੌਸ ਤੋਂ ਚਲੇ ਗਿਆ। ਬੱਚਾ ਕੁਝ ਹੁਸ਼ਿਆਰ ਹੋਇਆ, ਖੇਡਣ ਲੱਗਾ ਤੇ ਹਮਜ਼ਾ ਗੌਸ ਨੂੰ ਪਤਾ ਲੱਗਿਆ ਕਿ ਬੱਚੇ ਨੇ ਆਪਣੀ ਮਾਂ ਦਾ ਦੁੱਧ ਪੀਣਾ ਛੱਡ ਦਿੱਤਾ ਤੇ ਉਹ ਖੇਡਣ ਦੇ ਵਿੱਚ ਮਸਤ ਹੋ ਗਿਆ ਵਾ, ਖੇਡਣ ਲੱਗ ਗਿਆ। ਹੋਮਾਨਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬੱਚਾ ਤੁਹਾਨੂੰ ਦੇ ਦੇਵਾਂਗੇ। ਹੋਮਾਨਾ ਤਾਂ ਮੈਂ ਬੱਚਾ ਵਾਪਸ ਲੈ ਆਵਾਂ, ਜੋ ਬੋਲ ਕੀਤੇ ਨੇ ਉਹ ਬਚਨਾਂ ਨੂੰ ਪਗਾ ਲਵਾਂ। ਤੇ ਉਹ ਹਮਜ਼ਾ ਗੌਸ ਦੇ ਨਾਲ ਜੋ ਉਹਨਾਂ ਦੇ ਸਾਹਮਣੇ ਵਿਚਾਰਾਂ ਹੋਈਆਂ ਸੀ, ਗੱਲਾਂ ਹੋਈਆਂ ਸੀ ਕਿ ਬੱਚਾ ਤੁਹਾਨੂੰ ਦੇਵਾਂਗੇ, ਉਹ ਨਾਲ ਆਏ ਨੇ। ਤੇ ਮਾਂ ਜਦੋਂ ਆਪਣੇ ਪੁੱਤਰ ਨੂੰ ਗੋਦੀ ਵਿੱਚ ਲਈ ਬੈਠਦੀ ਆ, ਉਸ ਨੂੰ ਪਤਾ ਲੱਗ ਜਾਂਦਾ ਕਿ ਹਮਜ਼ਾ ਗੌਸ ਆ ਰਿਹਾ ਮੇਰੇ ਪੁੱਤਰ ਨੂੰ ਲੈਣ। ਉਹ ਆਪਣੇ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਬੈਠ ਜਾਂਦੀ ਆ ਤੇ ਗੋਦੀ ਵਿੱਚ ਬੈਠੀ ਆ। ਤੇ ਜਿਹੜੇ ਹਮਜ਼ਾ ਗੌਸ ਦੇ ਨਾਲ ਆ ਰਹੇ ਹੁੰਦੇ ਨੇ, ਜਿਨ੍ਹਾਂ ਨੇ ਇਹ ਸੁਣਿਆ ਹੁੰਦਾ ਕਿ ਉਸ ਬੱਚੇ ਨੂੰ ਤੈਨੂੰ ਦੇ ਦੇਵਾਂਗੇ, ਉਹ ਦੇਖਦੇ ਆ ਕਿ ਮਾਂ ਦਾ ਮਮਤਾ ਇੰਨੀ ਆ ਕਿ ਉਹ ਦੇਵੇਗੀ ਨਹੀਂ ਬੱਚਾ। ਉਹ ਵਾਪਸ ਚਲੇ ਜਾਂਦੇ ਆ। ਹਮਜ਼ਾ ਗੌਸ ਪੁੱਛਣ ਲੱਗਿਆ ਕਿ ਪਿਆਰ ਵਾਲਿਓ ਕੀ ਗੱਲ ਹੋ ਗਈ, ਅੱਜ ਵਾਪਸ ਕਿਉਂ ਚੱਲ ਪਏ? ਕਹਿੰਦੇ ਸਾਤੋਂ ਇਹ ਸੀਨ, ਇਹ ਦ੍ਰਿਸ਼ ਦੇਖਿਆ ਨਹੀਂ ਜਾਵੇਗਾ ਕਿ ਕਿਸੇ ਮਾਂ ਤੋਂ ਕਿਸੇ ਉਸ ਦਾ ਬੱਚਾ ਲੱਗ ਜਾਵੇ। ਇੰਨੀ ਗੱਲ ਹੀ ਕਹਿ ਕੇ ਪਿੱਛੇ ਮੁੜ ਗਏ ਤੇ ਹਮਜ਼ਾ ਗੌਸ ਕੱਲਾ ਅੱਗੇ ਲੈਣ ਲਈ ਤੁਰਿਆ। ਹਮਜ਼ਾ ਗੌਸ ਨੇ ਦੇਖਿਆ ਕਿ ਮਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲਈ ਪਿਆਰ ਕਰ ਰਹੀ ਆ, ਪਰ ਅੱਖਾਂ 'ਚੋਂ ਅੱਥਰੂ ਵੀ ਆ ਰਹੇ ਨੇ ਕਿ ਪੁੱਤਰਾ ਮੈਂ ਤੈਨੂੰ ਜਨਮ ਤਾਂ ਦਿੱਤਾ, ਪਰ ਤੂੰ ਮੇਰੇ ਕੋਲ ਰਹਿ ਨਹੀਂ ਸਕਦਾ, ਕੀ ਕਰਾਂ? ਕਹਿੰਦੇ ਉਸਨੇ ਹਮਜ਼ਾ ਗੌਸ ਨੇ ਕੁਝ ਸਮਾਂ ਖੜ ਕੇ ਓਲੇ ਦੇਖਿਆ। ਮਾਂ ਨਾਲ ਲਾਡ ਲੜਾ ਰਿਹਾ ਉਹ ਬੱਚਾ, ਤੇ ਮਾਂ ਦੀਆਂ ਅੱਖਾਂ 'ਚੋਂ ਅੱਥਰੂ ਦੇਖ ਕੇ ਬੱਚਾ ਛੋਟਾ ਵਾ, ਦੇਖ ਨਹੀਂ ਰਿਹਾ। ਉਸ ਨੂੰ ਪਤਾ ਨਹੀਂ ਚੱਲ ਰਿਹਾ ਕਿ ਮਾਂ ਦੀਆਂ ਅੱਖਾਂ 'ਚੋਂ ਹੰਝੂ ਕਿਉਂ ਆ ਰਹੇ ਨੇ, ਪਰ ਉਹ ਨਿੱਕੇ ਨਿੱਕੇ ਹੱਥਾਂ ਦੇ ਨਾਲ ਉਸ ਮਾਂ ਦੀਆਂ ਅੱਖਾਂ ਨੂੰ ਪੋਛਦਾ ਤੇ ਇਹ ਕਹਿ ਦਿੰਦਾ ਵਾ ਕਿ ਮਾਂ ਵਰਗਾ ਕੁਝ ਹੋਰ ਹੀ ਨਹੀਂ ਹੋ ਸਕਦਾ ਜੱਗ ਤੇ ਸੰਸਾਰ ਅੰਦਰ। ਜਦੋਂ ਹਮਜ਼ਾ ਗੌਸ ਦੀ ਗੱਲ ਆਉਂਦੀ ਆ ਤੇ ਕਹਿੰਦੇ ਫਿਰ ਉਸਨੇ ਬੱਚੇ ਦੀ ਅਰਦਾਸ ਕੀਤੀ ਤਾਂ ਸਹੀ, ਪਰ ਮਾਂ ਨੂੰ ਦੇਖ ਕੇ ਉਸ ਨੂੰ ਵੀ ਤਰਸ ਆ ਗਿਆ ਕਿ ਨਹੀਂ, ਕੁਝ ਗਲਤ ਹੋ ਰਿਹਾ। ਪਰ ਉਹ ਆਪਣੇ ਬੋਲਾਂ ਦਾ, ਬਚਨਾਂ ਦਾ ਪੱਕਾ ਸੀ। ਉਹ ਉਸ ਨੂੰ ਲੈਣ ਲਈ ਅੱਗੇ ਵਧਿਆ ਤੇ ਮਾਂ ਉਸ ਨੂੰ ਸੁਲਾ ਦਿੰਦੀ ਆ, ਮੰਜੇ ਤੇ ਪਾ ਦਿੰਦੀ ਆ ਤੇ ਹਮਜ਼ਾ ਗੌਸ ਲੈਣ ਵਾਸਤੇ ਆਉਂਦਾ। ਉਸ ਨੂੰ ਪਤਾ ਕਿ ਇਸ ਨੇ ਸੁਲਾ ਦਿੱਤਾ ਤੇ ਮਾਂ ਕਹਿੰਦੀ ਮੇਰਾ ਪੁੱਤਰ ਤਾਂ ਚੜ੍ਹਾਈ ਕਰ ਗਿਆ, ਕਿਉਂਕਿ ਉਹ ਉਹਨੂੰ ਬਚਾਉਣਾ ਚਾਹੁੰਦੀ ਸੀ। ਮੋਹ ਦੀਆਂ ਤੰਦਾਂ ਨੇ, ਪਿਆਰ ਬਹੁਤ ਆ, ਉਹ ਉਹਨੂੰ ਬਚਾਉਣਾ ਚਾਹੁੰਦੀ ਸੀ। ਉਹ ਸੋਚਦੀ ਸੀ ਕਿ ਮੇਰੇ ਕੋਲ ਹੀ ਰਹਿ ਜਾਵੇ, ਕਿ ਇਸ ਨੂੰ ਮੈਂ ਝੂਠ ਮਾਰ ਦਿਆਂ ਕਿ ਬੱਚਾ ਮੇਰਾ ਚੜ੍ਹਾਈ ਕਰ ਗਿਆ।
ਤੇ ਕਹਿੰਦਾ ਮਾਤਾ ਇਹ ਗੱਲ ਨਹੀਂ ਹੋ ਸਕਦੀ, ਮੈਂ ਪ੍ਰਮਾਤਮਾ ਤੋਂ ਵਾਪਸ ਮੰਗਾ ਲੈਣਾ, ਮੇਰੇ ਵਿੱਚ ਬੜੀ ਕਲਾ ਵਾ। ਤੇ ਇੰਨੀ ਗੱਲ ਸੁਣ ਕੇ ਮਾਂ ਦੀਆਂ ਅੱਖਾਂ 'ਚੋਂ ਅਥਰੂ ਆਏ। ਕਹਿੰਦੀ ਪੀੜਾ ਕੁਝ ਹੋਰ ਲੈ ਲਾ, ਤੈਨੂੰ ਰਾਜ ਭਾਗ ਦੇ ਦਿੰਨੀ ਆ, ਤੈਨੂੰ ਘਰ-ਬਾਰ ਦੇ ਦਿੰਨੀ ਆ, ਤੂੰ ਬਾਹਰ ਛੰਨ ਪਾ ਕੇ ਬੈਠਾ, ਮੇਰੇ ਘਰ ਵਿੱਚ ਆ ਕੇ ਬੈਠ ਜਾ, ਪਰ ਮੇਰੇ ਪੁੱਤਰ ਨੂੰ ਮੇਰੇ ਤੋਂ ਜੁਦਾ ਨਾ ਕਰੀ, ਮੇਰੇ ਪੁੱਤਰ ਨੂੰ ਮੇਰੇ ਕੋਲੋਂ ਨਾ ਲੈ ਕੇ ਜਾਵੀਂ, ਕਿਉਂ ਮੇਰਾ ਇਸ ਨਾਲ ਪਿਆਰ ਪੈ ਗਿਆ। ਹਮਜ਼ਾ ਗੌਸ ਕਹਿੰਦਾ ਜਦੋਂ ਅਰਦਾਸ ਕਰਵਾਉਣ ਆਏ ਸੀ ਉਦੋਂ ਤਾਂ ਨਹੀਂ ਸੋਚਿਆ ਵੀ ਪਿਆਰ ਵੀ ਪੈ ਜਾਵੇਗਾ। ਤੇ ਮਾਂ ਇੱਕਦਮ ਉਹ ਅੱਖਾਂ 'ਚੋਂ ਅਥਰੂ ਭਰੇ ਆਪਣੇ ਪੁੱਤਰ ਨੂੰ ਜਦੋਂ ਚੱਕ ਕੇ ਉਸ ਦੇ ਬਾਹਾਂ ਵਿੱਚ ਧਰਨ ਲੱਗਦੀ ਆ ਤੇ ਅਚਾਨਕ ਵਾਪਸ ਖਿੱਚ ਲੈਂਦੀ ਆ ਕਿ ਨਹੀਂ, ਮੈਂ ਆਪਣੇ ਪੁੱਤਰ ਨੂੰ ਕਿੰਜ ਛੱਡਾਂ। ਤੇ ਇੰਨੀ ਗੱਲ ਸੁਣ ਕੇ ਹਮਜ਼ਾ ਗੌਸ ਕਹਿ ਦਿੰਦਾ ਤੂੰ ਕਿਹਾ ਸੀ ਨਾ ਇਹ ਮਰ ਗਿਆ। ਕਹਿੰਦਾ ਮੈਂ ਕਹਿ ਦਿੰਦਾ ਇਹ ਮਰ ਗਿਆ। ਤੇ ਉਹ ਫੇਰ ਸੋਚਦੀ ਆ ਵੀ ਚੱਲ ਇਹਦੇ ਕੋਲ ਜਿੰਦਾ ਰਹੇਗਾ, ਮੈਂ ਦੇਖ ਕੇ ਜ਼ਿੰਦਗੀ ਕੱਟ ਲਵਾਂਗੀ ਕਿ ਮੇਰਾ ਪੁੱਤਰ ਆ। ਤੇ ਹਮਜ਼ਾ ਗੌਸ ਨੂੰ ਕਹਿੰਦੀ ਤੁਸੀਂ ਆਪਣੇ ਬਚਨ ਵਾਪਸ ਲਓ, ਮੈਂ ਆਪਣਾ ਪੁੱਤਰ ਤੁਹਾਨੂੰ ਦਿੰਨੀ ਆ। ਇੰਨੀ ਗੱਲ ਸੁਣ ਕੇ ਮਾਂ ਦੀ ਮਮਤਾ ਦੀ ਹਮਜ਼ਾ ਗੌਸ ਕਹਿੰਦਾ ਹੁਣ ਮੇਰੇ ਬਚਨ ਅਟੱਲ ਹੀ ਰਹਿਣਗੇ ਕਿ ਤੂੰ ਹੀ ਕਿਹਾ ਸੀ ਕਿ ਪੁੱਤਰ ਦੀ ਦਾਤ ਦੇ, ਪਰ ਮੋਹ ਨਾ ਮੰਗਦੀ। ਕਹਿੰਦੇ ਮੋਹ ਤੈਨੂੰ ਆਉਣਾ ਹੀ ਨਹੀਂ ਸੀ। ਦੁਨੀਆ ਤੇ ਕੁਝ ਮਾਵਾਂ ਐਸੀਆਂ ਆਉਂਦੀਆਂ ਨੇ ਕਿ ਮਾਵਾਂ ਆਪਣੇ ਪੁੱਤਰ ਨੂੰ ਜਨਮ ਦੇ ਕੇ ਚਲੇ ਜਾਂਦੀਆਂ ਨੇ ਤੇ ਮਗਰ ਜਦੋਂ ਮਤਰੀ ਮਾਂ ਕੋਈ ਆਉਂਦੀ ਆ ਤੇ ਉਸ ਬੱਚੇ ਨੂੰ ਪੁੱਛ ਕੇ ਦੇਖਿਓ ਕਿ ਤੇਰੇ ਤੇ ਕੀ ਬੀਤ ਰਹੀ ਆ। ਉਹ ਕਹਿੰਦਾ ਜੇ ਅੱਜ ਮੇਰੀ ਦੁਨੀਆ ਤੇ ਮਾਂ ਹੁੰਦੀ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ। ਪਰ ਪਿਆਰ ਵਾਲੇ ਉਹ ਤਾਂ ਮਾਂ ਸੀਗੀ, ਉਹਨੇ ਜਨਮ ਦਿੱਤਾ। ਤੇ ਹਮਜ਼ਾ ਗੌਸ ਜਦੋਂ ਬੱਚੇ ਨੂੰ ਲੈ ਕੇ ਤੁਰਿਆ ਤੇ ਚੰਦ ਕੁ ਮਿੰਟਾਂ ਬਾਅਦ ਬੱਚੇ ਦੇ ਸਵਾਸ ਪ੍ਰਾਣ ਨਿਕਲ ਗਏ। ਤੇ ਮਾਂ ਕਹਿੰਦੀ ਮੈਂ ਆਪਣਾ ਪੁੱਤਰ ਆਪਣੇ ਹੱਥੋਂ ਹੀ ਗਵਾ ਲਿਆ, ਆਪਣੇ ਬੋਲਾਂ ਕਰਕੇ ਹੀ ਗਵਾ ਲਿਆ, ਮੈਂ ਆਪਣੇ ਬਚਨਾਂ ਕਰਕੇ ਉਹਨੂੰ ਪ੍ਰਾਪਤ ਕੀਤਾ, ਅਰਦਾਸਾਂ ਕਰਵਾਈਆਂ ਤੇ ਮੈਂ ਆਪਣੇ ਆਪ ਹੀ ਗਵਾ ਲਿਆ। ਸੋ ਪਿਆਰ ਵਾਲਿਓ ਅਸੀਂ ਵੀ ਕਿਤੇ ਉਸ ਪਰਮਾਤਮਾ ਜੀ ਅੱਗੇ ਅਰਦਾਸ ਕਰੀਏ ਕਿ ਸਾਤੋਂ ਵੀ ਉਸ ਪਰਮਾਤਮਾ ਜੀ ਦੀ ਗੁਰਬਾਣੀ ਨੂੰ ਸੁਣੀਏ ਤੇ ਆਪਣੇ ਹਿਰਦੇ ਅੰਦਰ ਧਾਰਨ ਕਰੀਏ। ਕਿਤੇ ਇਹ ਨਾ ਹੋ ਜਾਵੇ ਅਸੀਂ ਵੀ ਉਸ ਪਰਮਾਤਮਾ ਤੋਂ ਵਿਛੜ ਕੇ ਅੱਖਾਂ ਭਰਦੇ ਹੀ ਇਸ ਜੱਗ ਤੋਂ ਚਲੇ ਜਾਈਏ ਤੇ ਕੁਝ ਖੱਟ ਕੇ ਵੀ ਨਾ ਲੈ ਕੇ ਜਾਈਏ। ਸੋ ਬੋਲਦਿਆਂ ਪਾਸੋਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਨੂੰ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।